ਸਤਿ ਸ਼੍ਰੀ ਅਕਾਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਪ੍ਰੀਤ ਕੌਰ। ਬੁਲੇਟਿਨ ਦੀ ਸ਼ੁਰੂਆਤ 'ਚ ਸਭ ਤੋਂ ਪਹਿਲੇ ਨਜ਼ਰ ਹੈਡਲਾਈਨਸ ਤੇ। ਚੰਡੀਗੜ੍ਹ 'ਚ ਅੱਜ 11 ਵਜੇ ਹੋਵੇਗੀ ਭਾਜਪਾ ਕੋਰ ਕਮੇਟੀ ਦੀ ਮੀਟਿੰਗ। ਸਕਾਲਰਸ਼ਿਪ ਘੁਟਾਲੇ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਏਗੀ ਚਰਚਾ। ਹੋਰ ਅਹਿਮ ਮੁੱਦਿਆਂ ਤੇ ਵੀ ਹੋਣਗੀਆਂ ਵਿਚਾਰਾਂ। ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਮਾਮਲੇ 'ਚ ਸੁਮੇਧ ਸੈਣੀ ਨੂੰ ਮੁੜ ਪੇਸ਼ ਹੋਣ ਦੇ ਹੁਕਮ। ਐਸਆਈਟੀ ਦੇ ਵੱਲੋਂ ਸੁਮੇਧ ਸੈਣੀ ਨੂੰ ਭੇਜਿਆ ਗਿਆ ਸੀ ਨੋਟਿਸ। ਮਟੌਰ ਥਾਣੇ 'ਚ ਹੋਵੇਗੀ ਸੈਣੀ ਦੀ ਪੇਸ਼ੀ। ਮਰਹੂਮ ਬਲਵਿੰਦਰ ਸਿੰਘ ਸੰਧੂ ਨੂੰ ਅੱਜ ਭੇਂਟ ਕੀਤੇ ਜਾਣਗੇ ਸ਼ਰਧਾ ਦੇ ਫੁੱਲ। ਭਿੱਖੀਵਿੰਡ 'ਚ ਹੋਵੇਗਾ ਸ਼ਰਧਾਂਜਲੀ ਸਮਾਗਮ। ਬੀਤੇ ਦਿਨੀ ਦੋ ਵਿਅਕਤੀਆਂ ਨੇ ਕਾਮਰੇਡ ਸੰਧੂ ਦਾ ਗੋਲੀਆਂ ਮਾਰ ਕੇ ਕੀਤਾ ਸੀ ਕਤਲ। ਵਿਦੇਸ਼ੀ ਧਰਤੀ ਤੇ ਪੰਜਾਬੀਆਂ ਨੇ ਰਚਿਆ ਇਤਿਹਾਸ। ਪੰਜਾਬੀ ਮੂਲ ਦੇ 8 ਲੋਕਾਂ ਨੇ ਹਾਸਲ ਕੀਤੀ ਵੱਡੀ ਜਿੱਤ। ਬ੍ਰਿਟਿਸ਼ ਕੋਲੰਬੀਆ 'ਚ ਪਗੜੀਧਾਰੀ ਨੌਜਵਾਨ ਨੇ ਵੀ ਮਾਰੀ ਬਾਜ਼ੀ। ਤੇ ਬੁਲੇਟਿਨ ਦੀ ਸ਼ੁਰੂਆਤ ਕਰਦਿਆਂ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਦੇ ਵਿੱਚ ਐਸਆਈਟੀ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੁੜ ਨੋਟਿਸ ਭੇਜਿਆ ਹੈ। ਨੋਟਿਸ ਦੇ ਅਨੁਸਾਰ ਸੈਣੀ ਨੂੰ ਅੱਜ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਦੀ ਕਿ ਸਾਬਕਾ ਡੀਜੀਪੀ ਦੇ ਘਰ ਨੋਟਿਸ ਵੀ ਭੇਜਿਆ ਗਿਆ ਸੀ, ਪਰ ਉਹ ਘਰ ਵਿੱਚ ਮੌਜੂਦ ਨਹੀਂ ਸਨ, ਇਸ ਲਈ ਨੋਟਿਸ ਸੈਣੀ ਦੇ ਸੈਕਟਰ 20 ਸਥਿਤ ਘਰ ਦੇ ਬਾਹਰ ਹੀ ਚਿਪਕਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸੁਮੇਧ ਸਿੰਘ ਸੈਣੀ ਦੇ ਵਕੀਲਾਂ ਨੂੰ ਵੀ ਨੋਟਿਸ ਦੀ ਕਾਪੀ ਭੇਜ ਦਿੱਤੀ ਗਈ ਹੈ। ਦੇਖਣਾ ਇਹ ਹੋਵੇਗਾ ਕਿ ਸੈਣੀ ਅੱਜ ਐਸਆਈਟੀ ਦੇ ਸਾਹਮਣੇ ਪੇਸ਼ ਹੁੰਦੇ ਨੇ ਜਾਂ ਨਹੀਂ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਪੇਸ਼ੀਆਂ ਹੋ ਚੁੱਕੀਆਂ ਨੇ ਤੇ ਇਸੇ ਤਰ੍ਹਾਂ ਉਹਨਾਂ ਦੇ ਘਰ ਦੇ ਬਾਹਰ ਹੀ ਨੋਟਿਸ ਚਿਪਕਾਏ ਗਏ ਸਨ। ਇਸ ਵਾਰ ਵੀ ਘਰ ਦੇ ਬਾਹਰ ਨੋਟਿਸ ਲਾਇਆ ਗਿਆ ਹੈ। ਮਟੌਰ ਥਾਣੇ 'ਚ ਪੇਸ਼ ਹੋਣ ਦੇ ਲਈ ਹੁਕਮ ਜਾਰੀ ਕੀਤੇ ਗਏ ਨੇ। ਸੋ ਦੱਸ ਦਈਏ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਦਾ ਸਾਹਮਣਾ ਕਰ ਰਹੇ ਨੇ, ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਤੇ ਇਸੇ ਦੌਰਾਨ ਮੁੜ ਤੋਂ ਉਹਨਾਂ ਨੂੰ ਪੇਸ਼ ਹੋਣ ਦੇ ਲਈ ਨੋਟਿਸ ਭੇਜਿਆ ਗਿਆ ਹੈ। ਮੋਹਾਲੀ ਤੋਂ ਗੁਰਦੀਪ ਬੈਨੀਪਾਲ ਸਾਡੇ ਪੱਤਰਕਾਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਮੋਹਾਲੀ ਗੁਰਦੀਪ, ਅੱਜ ਮੋਹਾਲੀ ਦੇ ਵਿੱਚ ਮੁੜ ਤੋਂ ਕਿਹਾ ਗਿਆ ਪੇਸ਼ ਹੋਣ ਦੇ ਲਈ ਮਟੌਰ ਥਾਣੇ ਦੇ ਵਿੱਚ ਸਾਬਕਾ ਡੀਜੀਪੀ ਨੂੰ। ਸੋ ਇਸ ਤੋਂ ਪਹਿਲੇ ਵੀ ਪੇਸ਼ੀਆਂ ਹੋ ਚੁੱਕੀਆਂ ਨੇ। ਅੱਜ ਦੀ ਅਪਡੇਟ ਕੀ ਹੈ, ਅੱਜ ਦੀ ਜਾਣਕਾਰੀ ਕੀ ਹੈ? ਜੀ ਬਿਲਕੁਲ ਮਨਪ੍ਰੀਤ ਜੀ, ਬਲਵੰਤ ਸਿੰਘ ਮੁਲਤਾਨੀ ਕਤਲ ਤੇ ਅਗਵਾ ਮਾਮਲੇ ਦੇ ਵਿੱਚ ਅੱਜ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਫੇਰ ਸਿੱਟ ਵੱਲੋਂ ਮਟੌਰ ਥਾਣੇ ਦੇ ਵਿੱਚ ਬੁਲਾਇਆ। ਇਸ ਤੋਂ ਪਹਿਲਾਂ ਵੀ 2 ਵਾਰ ਜਿਹੜਾ ਨੋਟਿਸ ਜਿਹੜਾ ਜਾਰੀ ਕੀਤਾ, ਜੋ ਕਿ ਬੇਸ਼ੱਕ ਇੱਕ ਵਾਰੀ ਪੇਸ਼ ਹੋਏ ਨੇ ਹਾਲੇ ਤੱਕ ਸੈਣੀ। ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਬੁਲਾਇਆ ਗਿਆ ਸੀ ਕਿ ਸੈਣੀ ਦੇ ਜਿਹੜੇ ਸਵਾਲਾਂ ਤੋਂ ਜਿਹੜੇ ਅਸੀਂ ਸੰਤੁਸ਼ਟ ਨਹੀਂ ਹੋਏ, ਉਹਨੂੰ ਦੁਬਾਰਾ ਬੁਲਾਇਆ ਗਿਆ। ਲੇਕਿਨ ਦੁਬਾਰਾ ਉਹਨਾਂ ਵੱਲੋਂ ਮੈਡੀਕਲ ਪੇਸ਼ ਕੀਤਾ ਗਿਆ ਸੀ ਕਿ ਉਹ ਠੀਕ ਨਹੀਂ ਹੈ, ਜਿਸ ਦੇ ਚੱਲਦੇ ਅੱਜ ਫੇਰ ਉਹਨਾਂ ਨੂੰ ਦੁਬਾਰਾ ਤੀਜੀ ਵਾਰ ਜਿਹੜਾ ਨੋਟਿਸ ਜਾਰੀ ਕੀਤਾ ਗਿਆ। ਹੁਣ ਦੇਖਣਾ ਹੋਊਗਾ ਕਿ ਸੁਮੇਧ ਸਿੰਘ ਸੈਣੀ ਅੱਜ ਸਿੱਟ ਸਾਹਮਣੇ ਪੇਸ਼ ਹੁੰਦੇ ਨੇ ਜਾਂ ਫੇਰ ਅੱਜ ਕੋਈ ਨਾ ਕੋਈ ਬਹਾਨਾ ਬਣਾ ਕੇ ਫੇਰ ਅੱਜ ਗੈਰ ਹਾਜ਼ਰ ਰਹਿੰਦੇ ਨੇ। ਪਰ ਫਿਲਹਾਲ ਸਿੱਟ ਦਾ ਇਹੀ ਮਕਸਦ ਆ ਕਿ ਜਿਹੜੇ ਸਾਡੇ ਕੋਲ ਸਵਾਲ ਜਿਹੜੇ ਪੈਂਟ ਕੀਤੇ ਹੋਏ ਨੇ, ਉਹਨਾਂ ਦਾ ਹਲੇ ਸੈਣੀ ਦੇ ਜਿਹੜੇ ਜਵਾਬ ਸੀਗੇ ਉਹਨਾਂ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ। ਜੀ ਧੰਨਵਾਦ ਗੁਰਦੀਪ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਬਿਲਕੁਲ ਅੱਜ ਮੁੜ ਤੋਂ ਨੋਟਿਸ ਭੇਜਿਆ ਗਿਆ ਹੈ, ਮੁੜ ਤੋਂ ਪੇਸ਼ੀ ਹੋਣੀ ਹੈ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ। ਹਾਲਾਂਕਿ ਇੱਥੇ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਪਿਛਲੀ ਵਾਰ ਸੁਮੇਧ ਸੈਣੀ ਦੇ ਵੱਲੋਂ ਮੈਡੀਕਲ ਪੇਸ਼ ਕੀਤਾ ਗਿਆ ਸੀ, ਉਹ ਪੇਸ਼ੀ ਦੇ ਵਿੱਚ ਨਹੀਂ ਆ ਸਕੇ ਸਨ। ਇਸ ਵਾਰ ਵੀ ਮਟੌਰ ਥਾਣੇ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ, ਨੋਟਿਸ ਭੇਜਿਆ ਗਿਆ ਬਕਾਇਦਾ ਤੇ ਅੱਜ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਨੇ। ਉਧਰ ਅੱਜ ਚੰਡੀਗੜ੍ਹ ਦੇ ਵਿੱਚ ਭਾਜਪਾ ਕੋਰ ਕਮੇਟੀ ਦੀ ਬੈਠਕ ਰੱਖੀ ਗਈ ਹੈ, ਜਿਸ ਵਿੱਚ ਸਕਾਲਰਸ਼ਿਪ ਘੁਟਾਲੇ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਣੀ ਹੈ। ਹੋਰ ਅਹਿਮ ਮੁੱਦਿਆਂ ਤੇ ਵੀ ਵਿਚਾਰਾਂ ਹੋਣਗੀਆਂ। ਸੋ ਅੱਜ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ, ਜਿਸ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਣੀ ਹੈ। ਸਕਾਲਰਸ਼ਿਪ ਘੁਟਾਲੇ ਤੇ ਵੀ ਇਸ ਮੀਟਿੰਗ ਦੇ ਵਿੱਚ
ਵਿਚਾਰ ਵਟਾਂਦਰਾ ਹੋਏਗਾ। ਇਸ ਤੋਂ ਇਲਾਵਾ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਕਿਸਾਨਾਂ ਵੱਲੋਂ ਸੰਘਰਸ਼ ਵਿੱਢਿਆ ਗਿਆ ਉਸ ਨੂੰ ਲੈ ਕੇ ਵੀ ਕੋਈ ਗੱਲਬਾਤ ਮੀਟਿੰਗ ਦੇ ਵਿੱਚ ਹੋ ਸਕਦੀ ਹੈ। ਚੰਡੀਗੜ੍ਹ ਤੋਂ ਸੁਮਿਤ ਜੋਸ਼ੀ ਸਾਡੇ ਪੱਤਰਕਾਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਸੁਮਿਤ, ਅੱਜ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ, ਸੋ ਕੀ ਅਹਿਮ ਮੁੱਦੇ ਰਹਿਣ ਵਾਲੇ ਨੇ ਇਸ ਮੀਟਿੰਗ ਦੇ ਵਿੱਚ? ਦੇਖੋ, ਬੀਜੇਪੀ ਦਾ ਜਿਹੜਾ ਬੁਰਾ ਦੌਰ ਜੇ ਕੀ ਇੱਕ ਪੰਜਾਬ ਦੇ ਵਿੱਚ ਚੱਲ ਰਿਹਾ ਉਹਨੂੰ ਲੈ ਕੇ ਚਰਚਾ ਹੋਏਗੀ ਕਿ ਕਿਸਾਨਾਂ ਦੇ ਨਾਲ ਅੱਗੇ ਕਿਸ ਰਣਨੀਤੀ ਜਾਂ ਰੂਪਰੇਖਾ ਦੇ ਨਾਲ ਮਿਲਾਪ ਕਰਨਾ ਤਾਂ ਤੇ ਕੇਂਦਰ ਨੂੰ ਕਿਵੇਂ ਜਾ ਕੇ ਅੱਗੇ ਸਾਰੀ ਗੱਲਾਂ ਦੱਸਣੀਆਂ ਨੇ ਤਾਂ ਕਿ ਇਸ ਚੀਜ਼ ਦਾ ਕੋਈ ਹੱਲ ਨਿਕਲ ਸਕੇ। ਨਾਲੇ ਕਈ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਬੀਜੇਪੀ ਨੂੰ ਛੱਡ ਕੇ ਅਕਾਲੀ ਦਲ ਦਾ ਸਾਥ ਦੇ ਚੁੱਕੀ ਹੈਗੀ ਆ, ਤਾਂ ਉਸ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ ਕਿਉਂਕਿ ਪਿਛਲੇ ਦਿਨੀ ਜਨਰਲ ਸੈਕਟਰੀ ਮਾਲਵਿੰਦਰ ਦੀ ਗੱਲ ਹੋਵੇ, ਮਾਲਵਿੰਦਰ ਕੰਗ ਦੀ ਗੱਲ ਹੋਵੇ, ਚਾਹੇ ਕੀਮਤੀ ਦੀ ਗੱਲ, ਭਗਤ ਦੀ ਗੱਲ ਹੋਵੇ, ਤਾਂ ਹੋਰ ਵੀ ਜਿਹੜੇ ਵਰਕਰ ਨੇ ਉਹ ਅਮੂਮਨ ਵੱਡੀ ਸੰਖਿਆ 'ਚ ਅਕਾਲੀ ਦਲ ਜੁਆਇਨ ਕਰ ਰਹੇ ਨੇ, ਯਾਨੀ ਕਿ ਬੀਜੇਪੀ ਦਾ ਸਾਥ ਛੱਡ ਰਹੇ ਨੇ। ਤਾਂ ਹੋ ਸਕਦਾ ਉਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਅੱਜ ਜਿਹੜੀ ਇਹ ਚਰਚਾ ਹੁੰਦੀ ਹੋਈ ਨਜ਼ਰ ਆਊਗੀ। ਜੀ, ਧੰਨਵਾਦ ਸੁਮੀਤ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਅੱਜ ਭਾਜਪਾ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਰੱਖੀ ਗਈ ਹੈ ਚੰਡੀਗੜ੍ਹ ਦੇ ਵਿੱਚ, ਜਿਸ ਵਿੱਚ ਸਕਾਲਰਸ਼ਿਪ ਘੁਟਾਲੇ ਤੋਂ ਇਲਾਵਾ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਹੋਏਗੀ। ਹੋਰ ਵੀ ਕਈ ਅਹਿਮ ਮੁੱਦੇ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾਣਗੇ। ਤੇ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਕਾਂਡ ਤੇ ਬੋਲਦਿਆਂ ਕਿਹਾ ਹੈ ਕਿ ਇਸ ਕੇਸ ਦਾ ਚਲਾਨ ਇਸ ਹਫ਼ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਤੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ ਤੇ ਹਾਥਰਸ ਦੇ ਉਲਟ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਫੜਿਆ ਗਿਆ ਹੈ। ਉਹਨਾਂ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਾਥਰਸ ਜਾਣਾ ਪਿਆ, ਪਰ ਹੁਸ਼ਿਆਰਪੁਰ ਆਉਣ ਦੀ ਜ਼ਰੂਰਤ ਨਹੀਂ ਪਈ ਹੈ। ਉਹਨਾਂ ਵੀ ਕਿਹਾ ਕਿ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਨੂੰ ਇੱਥੇ ਆਉਣ ਦੀ ਤਾਂ ਲੋੜ ਪੈਂਦੀ ਜੇਕਰ ਹਾਥਰਸ ਦੇ ਵਾਂਗ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕਾਰਵਾਈ ਨਾ ਕੀਤੀ ਜਾਂਦੀ। ਸਿੱਧੂ ਬਾਰੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਇੱਕ ਕਿਨਾਰੇ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ 'ਚੋਂ ਦਰਕਿਨਾਰ ਕੀਤਾ ਗਿਆ ਹੈ। ਈਡੀ ਵੱਲੋਂ ਉਹਨਾਂ ਦੇ ਬੇਟੇ ਰਣਿੰਦਰ ਸਿੰਘ ਨੂੰ ਤਲਬ ਕਰਨ ਬਾਰੇ ਪੁੱਛੇ ਜਾਣ ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਏਜੰਸੀ ਨੇ ਉਹਨਾਂ ਦੇ ਪਰਿਵਾਰ ਨੂੰ ਸਮਨ ਜਾਰੀ ਕੀਤੇ ਨੇ। ਅੰਮ੍ਰਿਤਸਰ 'ਚ ਦੁਸਹਿਰੇ ਕਾਂਡ ਦੇ ਪੀੜਤਾਂ ਨੂੰ ਮੁਆਵਜ਼ੇ ਦੇਣ ਸੰਬੰਧੀ ਵੀ ਸਵਾਲਾਂ ਦੇ ਜਵਾਬ ਉਹਨਾਂ ਵੱਲੋਂ ਦਿੱਤੇ ਗਏ ਨੇ। I have already given that statement. It has come loud and clear. बड़े अखबारों ਦੇ ਵਿੱਚ ਅੱਜ ਸਾਰੀ ਆਈ ਹੈ ਕਿ ਸਾਨੂੰ ਉੱਥੇ ਉਹਨਾਂ ਨੂੰ ਵਿਜ਼ਿਟ ਕਰਨ ਦੀ ਲੋੜ ਨਹੀਂ। ਵਿਜ਼ਿਟ ਕਿਉਂ ਕਰਨ ਦੀ ਲੋੜ? ਕਿਉਂਕਿ ਉੱਥੇ ਪੁਲਿਸ ਇਨ ਐਕਸ਼ਨ ਸੀ, ਉੱਥੇ ਕੋਈ ਕਾਰਵਾਈ ਨਹੀਂ ਚੱਕੀ ਜਾਂਦੀ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਸਾਡੇ ਤਾਂ ਅਸੀਂ ਬੰਦੇ ਫੜ ਲਏ, ਇੱਕ ਦਿਨ 'ਚ ਹੀ ਪੁਲਿਸ ਨੇ ਫੜ ਲਏ ਸੀ। So there is no question for them to come. जब फड़ ले और जब कानूनी अवस्था चल ठीक है और कानून ठीक चल रहे हैं तो उन्हें आने की लोड़ सी। वो जो दशहरे के ऊपर सी रेलवे जी उत्थे पुलिस है, रेलवे का जी जथेबंदी है, ये उन्होंने एम्पलॉय से असी तो उन्होंने मोमेंटरी जो कुछ देना सी असी देता उन्होंने देखभाल अपने परिवारों को करने लई, लेकिन जोड़ा कुछ उन्होंने मिलना है वो रेलवे मिनिस्ट्री ने ਜ਼ਿਆਦਾ ਨਹੀਂ ਭੁਗਤਣਾ ਪੈ ਰਿਹਾ ਵੀ ਈਡੀ ਦੇ ਨੋਟਿਸ ਆ ਰਹੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ। ਉਹ ਕੋਈ ਗੱਲ ਕਿਹੜੀ ਪਹਿਲੀ ਵਾਰ ਆਏ। ਹੁਣ ਖਬਰ ਪਟਿਆਲਾ ਤੋਂ ਹੈ, ਜਿੱਥੇ ਦੇ NIS ਚੌਂਕ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਫਾਇਰਿੰਗ ਵਿੱਚ 2 ਵਿਅਕਤੀ ਜ਼ਖਮੀ ਹੋਏ ਨੇ। ਦੱਸਦੀ ਹੈ ਕਿ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਦੇ ਕੁਝ ਮਿੰਟ ਬਾਅਦ ਹੀ ਇਹ ਗੋਲੀ ਚੱਲੀ ਹੈ। CM ਦਾ ਜਿੱਥੇ ਪ੍ਰੋਗਰਾਮ ਸੀ ਉਸ ਦੇ 500 ਮੀਟਰ ਦੂਰ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੋ ਇਸ ਹਮਲੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜੀ ਹੁਣੇ ਸਾਨੂੰ ਕੁਝ ਟਾਈਮ ਪਹਿਲਾਂ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਰਾਉਂਡ ਵਗੈਰਾ ਫਾਇਰ ਹੋਏ, ਤਾਂ ਮੌਕੇ 'ਤੇ ਅਸੀਂ ਆਏ ਹੈਗੇ ਹਾਂ, ਵੈਰੀਫਾਈ ਕਰ ਰਹੇ ਹਾਂ। ਇਹਦੇ 'ਚ ਹੁਣ ਤੱਕ ਪਤਾ ਲੱਗਿਆ ਕਿ 2 ਬੰਦੇ ਇੰਜਰਡ ਹੋਏ ਹੈਗੇ। ਫੈਟਲ ਇੰਜਰੀਜ਼ ਨਹੀਂ ਹੈ, ਬਟ ਇੱਕ ਦੇ ਬਾਂਹ 'ਤੇ ਹੈ ਅਤੇ ਇੱਕ ਬੈਕ 'ਤੇ ਲੱਗੀ ਹੈਗੀ, ਉਹ ਹਸਪੀਟਲਾਈਜ਼ ਨੇ, ਇਲਾਜ ਚੱਲ ਰਿਹਾ ਉਹਨਾਂ ਦਾ। ਅਤੇ ਬਾਕੀ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਹਾਂ ਸਾਰੇ ਐਂਗਲਸ ਤੋਂ। ਸਰ ਕਿਹਾ ਜਾ ਰਿਹਾ ਕਿ ਕੋਈ ਜਿਹੜੇ ਕਾਂਗਰਸੀ ਯੂਥ MC ਸਨ ਉਹ ਵੀ ਨਾਲ ਆਏ ਹੋਏ ਸਨ, ਉਹਨਾਂ ਦੇ ਨਾਲ ਬਹਿਸ-ਬੂਸ ਹੋਈ? ਇਸ ਸਟੇਜ 'ਤੇ ਜੀ ਇਹ ਮਤਲਬ ਹਾਲੇ ਤੱਕ ਕਲੈਰਿਟੀ ਨਹੀਂ। ਜਿਹੜੇ ਕੰਪਲੇਨੈਂਟ ਨੇ, ਐਡਮਿਟਡ ਨੇ, ਉਹਨਾਂ ਕੋਲ ਅਸੀਂ ਟੀਮ ਭੇਜੀ ਹੈਗੀ ਆ। ਹਾਲੇ ਤੱਕ ਕੋਈ ਕਲੈਰਿਟੀ ਨਹੀਂ, ਮਤਲਬ ਅਸੀਂ ਕੁਛ ਨਹੀਂ ਕਹਿ ਸਕਦੇ ਕੋਈ ਕਿ ਕਿਸ ਕੌਣ ਇਹ 'ਚ ਗਿਲਟੀ ਹੈਗਾ ਜਾਂ ਕਿਸ ਨੇ ਫਾਇਰ ਕਿਸ 'ਤੇ ਕੀਤਾ ਹੈਗਾ। ਤਾਂ ਅਲਟੀਮੇਟਲੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਅੱਗੇ ਜਾ ਕੇ ਪਤਾ ਲੱਗੇਗਾ ਕਿ ਕੌਣ। ਕੀ ਗੱਲ ਹੋਈ ਹੈ ਸਰ? ਇਹ ਕੁਛ ਨਹੀਂ, ਆਪਣਾ ਮਿਊਨਿਸਪਲ ਕਾਰਪੋਰੇਸ਼ਨ ਕੈਪਟਨ ਸਾਹਿਬ ਆਏ ਸੀ ਅਤੇ ਆਪਣੇ ਸੰਦੀਪ ਮਲਹੋਤਰਾ ਜੀ ਵੱਲੋਂ ਅਸੀਂ ਗਏ ਸੀ ਅਤੇ ਉੱਥੇ ਇੱਕ ਜੋਈ, ਅਮਰ ਅਤੇ 10-15 ਜਣੇ ਹੋਰ ਸੀ। ਨਜਾਇਜ਼ ਅਸਲੇ ਦੇ ਨਾਲ ਉਹਨਾਂ ਨੇ ਸਾਡੇ ਉੱਤੇ ਫਾਇਰ ਕੀਤੇ। ਅਸੀਂ ਜਾ ਰਹੇ ਸੀ ਅਤੇ
ਉਹਨਾਂ ਨੇ ਸਾਡੇ ਉੱਤੇ ਫਾਇਰ ਕੀਤੇ ਆ ਜੀ, ਅਤੇ ਇੱਕ ਗੋਲੀ ਮੇਰੇ ਵੱਜੀ ਆ, 2 ਮੇਰੇ ਨਾਲ ਦੇ ਬਿਨਾਂ ਗੱਲ ਤੋਂ। ਕੋਈ ਗੱਲ ਨਹੀਂ ਹੋਈ ਜੀ, ਕੋਈ ਚੱਕਰ ਉਹ ਨਹੀਂ ਹੋਇਆ। ਪੁਰਾਣੀ ਰੰਜਿਸ਼ ਤਾਂ ਪਤਾ ਨਹੀਂ ਜੀ ਸਾਨੂੰ। ਹੁਣ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਦੇਸ਼ ਹੀ ਨਹੀਂ ਦੁਨੀਆ ਭਰ ਦੇ ਵਿੱਚ ਮੱਲਾਂ ਮਾਰੀਆਂ ਨੇ। ਐਤਵਾਰ ਨੂੰ ਆਏ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਦੇ ਨਤੀਜੇ 'ਚ ਪੰਜਾਬੀ ਮੂਲ ਦੇ ਲੋਕਾਂ ਨੇ 8 ਥਾਵਾਂ ਤੇ ਮਹੱਤਵਪੂਰਨ ਜਿੱਤ ਹਾਸਲ ਕੀਤੀ ਹੈ। ਇਹਨਾਂ ਦੇ ਵਿੱਚੋਂ ਬਹੁਤੇ ਪ੍ਰਵਾਸੀ ਪੰਜਾਬੀ ਸਰੀ ਦੀ ਨਿਊ ਡੈਮੋਕ੍ਰੈਟਿਕ ਪਾਰਟੀ NDP ਦੀ ਟਿਕਟ ਤੋਂ ਜਿੱਤੇ ਨੇ। ਇੱਥੇ ਮਨੁੱਖੀ ਅਧਿਕਾਰਾਂ ਦੇ ਵਕੀਲ ਅਮਨ ਸਿੰਘ ਨੇ ਵੀ ਇਤਿਹਾਸ ਰਚ ਦਿੱਤਾ ਹੈ। ਅਮਨ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੇ ਪਹਿਲੇ ਦਸਤਾਰਧਾਰੀ ਸਿੱਖ MLA ਬਣੇ ਨੇ। ਬ੍ਰਿਟਿਸ਼ ਕੋਲੰਬੀਆ ਦੀਆਂ 87 ਸੀਟਾਂ ਵਿੱਚੋਂ 22 ਸੀਟਾਂ ਦੇ ਲਈ ਪੰਜਾਬ ਮੂਲ ਦੇ ਲੋਕਾਂ ਨੇ ਫਾਰਮ ਭਰੇ ਸਨ। ਦੱਸਦੀ ਕਿ 2017 'ਚ ਇਹਨਾਂ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਦੀ ਗਿਣਤੀ 7 ਸੀ, ਜਿਨ੍ਹਾਂ 'ਚ 4 ਚੌਹਾਨ, ਜਿਸ ਵਿੱਚ ਰਾਜ ਚੌਹਾਨ ਲਗਾਤਾਰ 5ਵੀਂ ਵਾਰ ਬਰਨਬੀ ਐਡਮੰਡਸ ਤੋਂ NDP ਉਮੀਦਵਾਰ ਜੇਤੂ ਵੀ ਰਹੇ ਨੇ। ਚੌਹਾਨ ਕੈਨੇਡੀਅਨ ਫਾਰਮ ਵਰਕਰ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਪੰਜਾਬੀ ਉਮੀਦਵਾਰ ਜਿਹੜੇ ਚੋਣ ਜਿੱਤੇ ਹੈ ਉਹਨਾਂ 'ਚ ਜਗਰੂਪ ਬਰਾੜ, ਜਿਨੀ ਸਿਮਜ਼, ਰਚਨਾ ਸਿੰਘ, ਹੈਰੀ ਬੈਂਸ, ਰਾਜ ਚੌਹਾਨ, ਰਵੀ ਕਾਲੂ ਤੇ ਨਿੱਕੀ ਸ਼ਰਮਾ ਸ਼ਾਮਲ ਨੇ। ਉੱਤਰੀ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਇਸ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਨੇ। ਪਟਿਆਲਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੀਂਹ ਪੱਥਰ ਦੇ ਲਈ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੇ ਦੌਰਾਨ ਦਿੱਤੇ ਭਾਸ਼ਣ ਵਿੱਚ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੇ ਕੰਮਾਂ ਦੀ ਤੁਲਨਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਰ ਦਿੱਤੀ। ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਚਰਨਜੀਤ ਸਿੰਘ ਬਰਾੜ ਨੇ ਕੜੇ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਮੇਰੇ ਯਾਦ ਹੈ ਤੁਸੀਂ ਜੇਬ ਚੋਂ ਆ ਕੱਢ ਕੇ ਅਸਤੀਫਾ ਮੰਗਣ ਦਾ ਕੀ ਤਿਆਰ ਪਿਆ ਜਦੋਂ ਚਾਹਣਗੇ ਲੈ ਲੈਣ। ਮੈਨੂੰ ਮੁੱਖ ਮੰਤਰੀ ਨਹੀਂ, ਪੰਜਾਬ ਦਾ ਕਿਸਾਨ ਚਾਹੀਦਾ ਹੈ। ਪੰਜਾਬ ਦੀ ਕਿਸਾਨੀ ਨਾਲ ਖੜੇ ਹੋ। ਅੱਜ ਤੁਹਾਨੂੰ ਲੋਕ ਕਿਸਾਨਾਂ ਦਾ ਰਾਖਾ ਕਹਿੰਦੇ ਨੇ। ਐਵੇਂ ਨਹੀਂ ਦੁਨੀਆ ਪੂਜਦੀ ਗੁਰੂ ਨਾਨਕ ਦੀ ਤਸਵੀਰ ਨੂੰ। ਗੁਰੂ ਨਾਨਕ ਨੂੰ ਦੁਨੀਆ ਮੰਨਦੀ ਐਵੇਂ ਨਹੀਂ ਹੈ। ਅੱਜ ਗੁਰੂ ਨਾਨਕ ਦੇ ਮਿਸ਼ਨ ਨੂੰ ਪੂਰੀ ਦੁਨੀਆ ਦੇ ਕੋਨੇ-ਕੋਨੇ 'ਚ ਮਾਨਤਾ ਹੈ। ਔਰ ਪੰਜਾਬ ਦੇ ਬੱਬਰ ਸ਼ੇਰ ਮਹਾਰਾਜਾ ਭੁਪਿੰਦਰ ਸਿੰਘ ਦੇ ਪੋਤਰੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਐ ਨਹੀਂ ਹੈ। ਅੱਜ ਜੇ ਜਵਾਨੀ ਦਾ ਰਾਖਾ, ਕਿਸਾਨੀ ਦਾ ਰਾਖਾ, ਪਾਣੀਆਂ ਦਾ ਰਾਖਾ ਕੇਵਲ ਤੇ ਕੇਵਲ ਕੈਪਟਨ ਅਮਰਿੰਦਰ ਸਿੰਘ ਹੈ। ਕਿ ਸਾਧੂ ਸਿੰਘ ਧਰਮਸੋਤ ਜਿਹੜੇ ਕਿ 64 ਕਰੋੜ ਦੇ ਘਪਲੇ ਦੇ ਵਿੱਚ ਘਿਰੇ ਹੋਏ ਸੀ ਔਰ ਮੁੱਖ ਮੰਤਰੀ ਦੀ ਥਾਪੜਾ ਕਰਕੇ ਪਰਚਿਆਂ ਤੋਂ ਬਚੇ ਹੋਏ ਆ, ਜੇਲ੍ਹਾਂ ਤੋਂ ਬਚੇ ਹੋਏ ਆ। ਅੱਜ ਉਸੇ ਦਾ ਮੁੱਲ ਤਾਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਉਹਨਾਂ ਦੇ ਵੱਡ ਵਡੇਰਿਆਂ ਦੀ ਤੁਲਨਾ ਜਿਹੜੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨਾ, ਮੈਂ ਸਮਝਦਾ ਕਿ ਸਾਰੇ ਸਿੱਖਾਂ ਦੇ ਮਨਾਂ ਦੇ ਉੱਤੇ ਇੱਕ ਗਹਿਰੀ ਸੱਟ ਮਾਰਨ ਵਾਲੀ ਗੱਲ ਹੈ। ਔਰ ਕੀ ਉਸ ਇਨਸਾਨਾਂ ਦੇ ਕਿਰਦਾਰ ਹੈ, ਕੀ ਉਸ ਇਨਸਾਨਾਂ ਦੀਆਂ ਕਹਿਣੀਆਂ ਕਰਨੀਆਂ ਨੇ ਤੇ ਤੁਲਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨੀ। ਮੈਂ ਸਮਝਦਾ ਕਿ ਧਰਮਸੋਤ ਨੂੰ ਇਹ ਬਿਆਨ ਆਪਦਾ ਵਾਪਸ ਲੈਣਾ ਚਾਹੀਦਾ, ਸਿੱਖਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਵਰਨਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਨਹੀਂ ਸਮੁੱਚੀ ਜਗਤ ਦੇ ਸਿੱਖ ਜਿਹੜੇ ਹੈ ਉਹ ਇਹਨੂੰ ਸਦਾ ਖੁਦ ਦੇਣਗੇ। ਅਸੀਂ ਮੰਨਦੇ ਹਾਂ ਕਿ ਜਿਹੜੇ ਕਰਪਸ਼ਨ ਦੇ ਵੱਡੇ ਪਾਪ ਸੀ ਸਾਧੂ ਸਿੰਘ ਧਰਮਸੋਤ ਦੇ, ਉਹ ਮੁੱਖ ਮੰਤਰੀ ਨੇ ਧੋਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਖੁਸ਼ਾਮਦੀ ਕਰਦੇ ਕਰਦੇ ਇਸ ਹੱਦ ਤੱਕ ਪਹੁੰਚ ਜਾਓ ਕਿ ਗੁਰੂ ਨਾਨਕ ਸਾਹਿਬ ਵਰਗੀ ਮਹਾਨ ਸ਼ਖਸੀਅਤ, ਜਿਹਨੂੰ ਸਾਰੀ ਦੁਨੀਆ ਦੇ ਵਿੱਚ ਜਿਹੜੇ ਨਾਨਕ ਨਾਮ ਦੇ ਨਤਮਸਤਕ ਨੇ, ਉਹਨਾਂ ਦਾ ਮੁਕਾਬਲਾ ਜਿਹੜਾ ਤੁਸੀਂ ਇੱਕ ਮੁੱਖ ਮੰਤਰੀ ਨਾਲ ਕਰਨਾ ਸ਼ੁਰੂ ਕਰ ਦਿਓ। ਔਰ ਇਸ ਗੱਲ ਦੀ ਵੀ ਹੈਰਾਨਗੀ ਹੈ ਕਿ ਮੁੱਖ ਮੰਤਰੀ ਸਾਹਿਬ ਆਪ ਉੱਥੇ ਹਾਜ਼ਰ ਸੀ, ਕੈਬਨਿਟ ਦੇ ਵਜ਼ੀਰ ਹਾਜ਼ਰ ਸੀ, ਔਰ ਸਾਰੇ ਖੁਸ਼ਾਮਦੀ ਸੁਣਦੇ ਰਹੇ। ਕਿਸੇ ਨੇ ਉੱਠ ਕੇ ਟੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਗੁਰੂ ਸਾਹਿਬਾਨ ਦਾ ਅਪਮਾਨ ਹੈ। ਇਸ ਲਈ ਇੱਕ ਤਾਂ ਇਹ ਘਟਨਾ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ 'ਚ ਹੋਈ, ਉਹਨਾਂ ਨੂੰ ਟੋਕਣਾ ਚਾਹੀਦਾ ਸੀ। ਔਰ ਹੁਣ ਵੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਇਹੋ ਜਿਹੇ ਮੰਤਰੀ ਨੂੰ ਕੈਬਨਿਟ 'ਚੋਂ ਹਟਾਇਆ ਜਾਵੇ ਔਰ ਇਹਦੇ ਖਿਲਾਫ ਭਾਵਨਾਵਾਂ ਹਾਟ ਕਰਨ ਦਾ ਕੇਸ ਦਰਜ ਕੀਤਾ ਜਾਵੇ। ਉਧਰੀ ਪੰਜਾਬ ਦੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਟਾਂਡਾ ਦੇ ਪਿੰਡ ਜਲਾਲਪੁਰ ਵਿਖੇ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ। ਇਸ ਮੌਕੇ ਉਹਨਾਂ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।
ਉਹਨਾਂ ਹਾਥਰਸ ਅਤੇ ਜਲਾਲਪੁਰ ਵਿਖੇ ਵੀ ਘਟਨਾ ਵਿੱਚ ਫਰਕ ਦੱਸਿਆ ਹੈ ਤੇ ਉਹਨਾਂ ਕਿਹਾ ਹੈ ਕਿ ਜਲਾਲਪੁਰ ਦੇ ਮੁਲਜ਼ਮਾਂ ਨੂੰ ਜਲਦ ਹੀ ਸਜ਼ਾ ਵੀ ਦਿੱਤੀ ਜਾਏਗੀ। ਤੁਸੀਂ ਗੱਲ ਕੀਤੀ ਹੈ ਕਿ ਸੀਤਾਰਮਨ ਨੇ ਜੋ ਕੁਝ ਕਿਹਾ ਹੈ ਉਹ ਟੋਟਲੀ ਇੱਕ ਰਾਜਨੀਤਿਕ ਬਿਆਨ ਸੀ ਔਰ ਉਹਦਾ ਇਸ ਘਟਨਾ ਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੈ, ਕਿਉਂਕਿ ਇੱਥੇ ਦੋਸ਼ੀਆਂ ਨੂੰ ਨਾਲ ਦੀ ਨਾਲ ਪਕੜ ਲਿੱਤਾ ਗਿਆ, ਅਰੈਸਟ ਕਰ ਲਿਆ ਗਿਆ ਔਰ ਉਸ ਤੋਂ ਪਹਿਲੇ ਲੋਕਾਂ ਨੇ ਵੀ ਉਹਨੂੰ ਕਾਫੀ ਹਰਾਸ ਕੀਤਾ ਜਿਹੜੇ, ਔਰ ਉਸ ਤੋਂ ਬਾਅਦ ਚਲਾਨ ਜਿਹੜਾ ਹੈ ਉਹ ਵੀ ਹਫਤੇ ਦੇ ਵਿੱਚ ਪੇਸ਼ ਹੋ ਜਾਏਗਾ ਔਰ ਕੋਸ਼ਿਸ਼ ਹੈ ਕਿ 1 ਮਹੀਨੇ ਦੇ ਵਿੱਚ ਇਹਨੂੰ ਦੋਸ਼ੀ ਨੂੰ ਕੜੀ ਤੋਂ ਕੜੀ ਸਜ਼ਾ ਜਿਹੜੀ ਉਹ ਮਿਲੇਗੀ। ਪਿੰਡ ਵਾਲਿਆਂ ਦੀ ਔਰ ਪੁਲਿਸ ਦੀ, ਪ੍ਰਸ਼ਾਸਨ ਦੀ ਜਿਹੜੀ ਭੂਮਿਕਾ ਸੀ ਬਹੁਤ ਹੀ ਪੋਜ਼ਿਟਿਵ ਸੀ। ਇਹਦੇ 'ਚ ਕੋਈ ਵਿਤਕਰਾ ਨਹੀਂ ਕੀਤਾ ਗਿਆ ਕਿ ਇਹ ਪ੍ਰਵਾਸੀ ਨੇ ਜਾਂ ਇੱਥੋਂ ਦੇ ਨਹੀਂ ਰਹਿਣ ਵਾਲੇ ਆ, ਕਿਉਂਕਿ ਇਹ ਆਲਮੋਸਟ ਇੱਥੋਂ ਦੇ ਰਹਿਣ ਵਾਲੇ 20 ਸਾਲਾਂ ਦੇ ਇੱਥੇ ਰਹਿ ਰਹੇ ਨੇ ਔਰ ਸੋ ਇਸ ਕਰਕੇ ਕੋਈ ਵਿਤਕਰਾ ਨਹੀਂ ਕੀਤਾ ਗਿਆ ਔਰ ਬਲਕਿ ਇਹਨਾਂ ਨਾਲ ਜੋ ਹੋ ਸਕਦਾ ਸੀ ਇਹਨਾਂ ਦਾ ਸਾਥ ਦਿੱਤਾ ਗਿਆ ਔਰ ਹਰ ਤਰ੍ਹਾਂ ਨਾਲ ਇਹਨਾਂ ਦਾ ਸਾਥ ਦਿੱਤਾ ਗਿਆ। ਜੋ ਇਹਨਾਂ ਨੇ ਕੁਝ ਕਿਹਾ ਉਹਦੇ ਤੇ ਬਕਾਇਦਾ ਅਮਲ ਕੀਤਾ। ਉਧਰ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗਰੀਬਾਂ ਨੂੰ ਕੰਬਲ ਵੰਡੇ ਗਏ ਨੇ। ਸੋ ਇਸ ਮੌਕੇ ਉਹਨਾਂ ਗੱਲ ਕਰਦੇ ਕਿਹਾ ਕਿ ਪਹਿਲਾਂ FCI ਫਸਲਾਂ ਚੁੱਕਦੀ ਸੀ ਅਤੇ ਨਵੇਂ ਖੇਤੀ ਕਾਨੂੰਨ ਲਿਆਉਣ ਦੀ ਕੋਈ ਲੋੜ ਨਹੀਂ ਸੀ ਤੇ ਇਹ ਕਾਨੂੰਨ ਵੱਡੇ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਬਣਾਏ ਗਏ ਨੇ। ਹੁਣ FCI ਨੂੰ ਫਸਲ ਚੁੱਕਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਕੇਂਦਰ ਸਰਕਾਰ ਪੰਜਾਬ ਦੇ GST ਵੀ ਦੱਬ ਕੇ ਬੈਠੀ ਹੈ ਤੇ ਕਿਸਾਨਾਂ ਦੇ ਹੱਕ ਖੋ ਰਹੀ ਹੈ। ਉਹਨਾਂ ਵੀ ਕਿਹਾ ਹੈ ਕਿ ਹੁਣ ਲੜਾਈ ਦਾ ਵੇਲਾ ਹੈ ਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਕੇਂਦਰ ਸਰਕਾਰ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਤੇ ਦੇਸ਼ 'ਚ ਕੁਝ ਲੋਕਾਂ ਦਾ ਹੰਕਾਰ ਤੋੜਨ ਦੀ ਵੀ ਲੋੜ ਹੈ। ਸੋ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿੱਥੇ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ ਉੱਥੇ ਕੰਬਲ ਵੀ ਵੰਡੇ ਗਏ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਹਨਾਂ ਕਾਨੂੰਨਾਂ ਦੇ ਆਉਣ ਤੋਂ ਬਾਅਦ ਆਪਾਂ FCI ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਫਸਲ ਚੁੱਕਣ, ਸਰਕਾਰੀ ਖਰੀਦ ਕਰਨ, ਕਿਉਂਕਿ ਗੱਲ ਤਾਂ ਸਿਰਫ ਸਰਕਾਰੀ ਖਰੀਦ ਦੀ ਹੈ ਵੀ ਸਰਕਾਰੀ ਖਰੀਦ ਹੋਊ ਕਿ ਨਹੀਂ ਹੋਊ। ਸਾਨੂੰ ਕੇਂਦਰ ਦੇ ਖਿਲਾਫ ਡਟ ਕੇ ਲੜਨਾ ਪਊ। ਇਸ ਲਈ ਮੈਂ ਅੱਜ ਇਹ ਕਹਿ ਰਿਹਾ ਕਿ ਅੱਜ ਆਪਾਂ ਇਕਜੁੱਟ ਹੋ ਕੇ, ਇੱਕ ਮੁੱਠ ਹੋ ਕੇ ਕਾਮਨ ਮਿਨੀਮਮ ਪ੍ਰੋਗਰਾਮ ਦੀ ਗੱਲ ਕਰੀਏ। ਮੈਂ ਬੜੇ ਟਿਕਾ ਕੇ ਇਹ ਗੱਲ ਕਹਿ ਰਿਹਾ ਕਿ ਅੱਜ ਇਹਨਾਂ ਨੇ ਇਹ ਕਾਨੂੰਨ ਕਿਉਂ ਲਿਆਉਂਦੇ ਆ, ਕਿਉਂਕਿ E-NAM ਤੇ ਪਹਿਲਾਂ ਹੀ ਸੀ। ਸਰਕਾਰੀ ਮੰਡੀਆਂ ਦੇ ਵਿੱਚ E-ਗਵਰਨੈਂਸ ਦੇ ਨਾਲ ਸਰਕਾਰੀ ਖਰੀਦ ਹੁੰਦੀ ਸੀ, ਆਨਲਾਈਨ ਮੰਡੀਆਂ ਸੀਗੀਆਂ, ਆਨਲਾਈਨ ਮੰਡੀਆਂ ਦੇ ਉੱਤੇ ਖਰੀਦ ਹੁੰਦੀ ਸੀ। ਫਿਰ ਇਹ ਕਾਨੂੰਨ ਲਿਆਉਣ ਦੀ ਕੀ ਲੋੜ ਸੀ? ਇਹ ਕਾਨੂੰਨ ਇਸ ਕਰਕੇ ਲਿਆਂਦੇ ਆ ਵੀਰੋ ਕਿ ਕਿਸਾਨ ਦੇ ਹੱਕ ਖੋ ਕੇ, ਉਹਦੇ ਕਾਨੂੰਨੀ ਅਧਿਕਾਰ ਖੋ ਕੇ, ਉਹਦੇ ਕਾਨੂੰਨੀ ਅਧਿਕਾਰ ਮਾਰ ਕੇ ਇਹ ਅੰਬਾਨੀ ਤੇ ਅਡਾਨੀ ਦੇ ਹੱਥਾਂ ਦੇ ਵਿੱਚ ਪੰਜਾਬ ਦੀਆਂ ਮੰਡੀਆਂ, ਪੰਜਾਬ ਦਾ ਮੁਨਾਫਾ 5-5 ਹਜ਼ਾਰ ਕਰੋੜ ਦਾ ਜਿਹੜਾ ਸਾਡਾ ਸਾਲ ਦਾ ਆਉਂਦਾ ਸੀਗਾ, ਉਹ ਇਸ ਕਰਕੇ ਹੋ ਰਿਹਾ। ਤਦਰੀ ਵਜੀਫਾ ਘੁਟਾਲੇ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਅਕਾਲੀ ਦਲ 2 ਨਵੰਬਰ ਨੂੰ ਆਰੋਪੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕਰੇਗਾ। ਉਹਨਾਂ ਨੇ ਸਰਕਾਰ ਤੋਂ ਇਸ ਘੁਟਾਲੇ ਦੀ CBI ਜਾਂਚ ਕਰਾਉਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਲੋਕਾਂ ਸਾਹਮਣੇ ਮਾਮਲੇ ਦੀ ਸੱਚਾਈ ਰੱਖੀ ਜਾ ਸਕੇ। ਗਰੀਬ ਲੋਕਾਂ ਦਾ, SC BC ਦੇ ਬੱਚਿਆਂ ਦਾ ਦਾਖਲ ਜਿਹੜਾ ਸਕਾਲਰਸ਼ਿਪ ਸੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਸੀ ਜਿਹੜੇ 64 ਕਰੋੜ ਤੋਂ ਵੱਧ ਪੈਸਾ ਮੰਤਰੀ ਜੀ ਇੱਧਰ ਉੱਧਰ ਕਰ ਗਏ ਔਰ ਦੋਸ਼ ਕਿਸੇ ਸਿਆਸੀ ਪਾਰਟੀ ਨੇ ਨਹੀਂ, ਕਿਸੇ ਵਿਰੋਧੀ ਨੇ ਨਹੀਂ ਲਾਇਆ, ਬਲਕਿ ਉਸੇ ਮਹਿਕਮੇ ਦੇ ਅਫਸਰ ਨੇ ਲਾਇਆ। ਦੁੱਖ ਇਸ ਗੱਲ ਦਾ ਕਿ ਮੰਤਰੀ ਦੀ ਛਾਂਟੀ ਕਰਨ ਦੀ ਥਾਂ, ਮੰਤਰੀ ਤੋਂ ਜਵਾਬ ਤਲਬੀ ਕਰਨ ਦੀ ਥਾਂ ਮੁੱਖ ਮੰਤਰੀ ਸਾਹਿਬ ਨੇ ਮੰਤਰੀ ਦੀ ਹੀ ਪਿੱਠ ਥਾਪਣੀ ਸ਼ੁਰੂ ਕਰਤੀ ਤੇ ਮੰਤਰੀ ਨੂੰ ਕਲੀਨ ਚਿੱਟ ਦੇਤੀ। ਜਿਹੜੇ ਮੰਤਰੀ ਨੂੰ ਉਹਦੇ ਆਪਣੇ ਅਫਸਰ ਦੋਸ਼ੀ ਠਹਿਰਾ ਰਹੇ ਨੇ ਤੇ ਉਸੇ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਕਲੀਨ ਚਿੱਟ ਦੇ ਰਹੇ ਨੇ। ਤਦਰੀ ਦੁਸਹਿਰੇ ਦੇ ਮੌਕੇ ਬਟਾਲਾ 'ਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਤੋਂ ਬਾਅਦ ਇੱਕ ਹਾਦਸਾ ਹੋ ਗਿਆ। ਰਾਵਣ ਦੇ ਪੁਤਲੇ ਨੂੰ ਅੱਗ ਲਗਾਉਂਦੇ ਹੀ ਬਲਾਸਟ ਹੋ ਗਿਆ। ਨੌਜਵਾਨ ਲੋਕਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਉੱਥੇ ਮੌਜੂਦ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਬੜੀ ਮੁਸ਼ਕਲ ਦੇ ਨਾਲ ਬਚੇ ਨੇ। ਸੂਤਰਾਂ ਮੁਤਾਬਿਕ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਇੱਕ ਵੱਡਾ ਹਾਦਸਾ ਹੁੰਦੇ ਟਲ ਗਿਆ ਹੈ।
ਤਦਰੀ ਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਖਾਸ ਗੱਲਬਾਤ ਹੋਈ ਹੈ। ਉਹਨਾਂ ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਜਦੋਂ ਦੇਸ਼ ਦਾ ਸਮੁੱਚਾ ਕਿਸਾਨ ਵਰਗ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਿਹਾ ਹੈ ਤਾਂ ਉਸ ਵੇਲੇ ਸਰਕਾਰਾਂ ਵੱਲੋਂ ਇਸ ਅੰਦੋਲਨ ਨੂੰ ਤਾਰ-ਪੀੜੋ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਤੇ ਦੂਜੇ ਪਾਸੇ ਪਵਿੱਤਰ ਸਰੂਪਾਂ ਦੇ ਮਾਮਲੇ 'ਚ ਵੀ ਉਹਨਾਂ ਗੱਲਬਾਤ ਕਰਦਿਆਂ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਵਾਈ ਨਿਰਪੱਖ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਦੋਸ਼ੀ ਪਾਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਸਜ਼ਾਵਾਂ ਦਿੱਤੀਆਂ ਗਈਆਂ ਨੇ। 28 ਸਰੂਪਾਂ ਨੂੰ ਲੈ ਕੇ 40 ਦਿਨ ਤੋਂ ਲਗਾਤਾਰ ਵਿਵਾਦ ਚੱਲ ਰਿਹਾ ਸੀ ਤਾਂ ਐਸਜੀਪੀਸੀ ਦੇ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਬੈਠੀਆਂ ਸੀ ਜਿਨ੍ਹਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਤਾਂ ਇਸ ਵਿਵਾਦ ਨੇ ਕੱਲ ਅਹਿੰਸਾ ਦਾ ਰੂਪ ਲੈ ਲਿਆ ਤਾਂ ਉਹਦੇ ਵਿੱਚ ਕਾਫੀ ਜਣੇ ਜ਼ਖਮੀ ਹੋਏ। ਤਾਂ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ। ਪ੍ਰਧਾਨ ਜੀ, ਧਾਰਮਿਕ ਸਥਾਨ ਦੇ ਉੱਤੇ ਅਹਿੰਸਾ ਇੰਨੀ ਭੜਕ ਜਾਣੀ, ਇੰਨੇ ਜਾਣੇ ਜ਼ਖਮੀ ਹੋ ਜਾਣੇ, ਸਿੱਖ ਸੰਗਤ ਦੇ ਉੱਤੇ ਕੀ ਅਸਰ ਪਿਆ ਹੋਏਗਾ? ਸਭ ਤੋਂ ਪਹਿਲੇ ਦੱਸੋ ਕਾਰਨ ਕੀ ਰਿਹਾ ਹੈ? ਦੇਖੋ, ਇਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਸਲਾ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਨਕੁਆਇਰੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਕਰਾਈ ਸੀ, ਡਾਕਟਰ ਈਸਰ ਸਿੰਘ ਦੀ ਕਮੇਟੀ ਵੱਲੋਂ ਕੀਤੀ ਗਈ ਸੀ ਔਰ ਜਿਹੜੇ ਉਹ ਦੋਸ਼ੀ ਪਾਏ ਗਏ ਨੇ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸਾਰਿਆਂ ਨੂੰ ਜਿਹੜੀਆਂ ਸਜ਼ਾਵਾਂ ਨੇ ਬਣਦੀਆਂ ਦਿੱਤੀਆਂ, ਸਸਪੈਂਡ ਵੀ ਕੀਤੇ ਔਰ ਮੁਅੱਤਲ ਵੀ ਕੀਤੇ ਨੇ ਬਹੁਤ ਸਾਰੇ। ਤੋਂ ਉਹ ਸਾਰਾ ਹੋਇਆ ਸੀ ਮਾਮਲਾ। ਸੋ ਇਸ ਕਰਕੇ ਇਸ ਮਾਮਲੇ ਨੂੰ ਲੈ ਕੇ ਪਿਛਲੇ 14 ਸਤੰਬਰ ਤੋਂ ਲੈ ਕੇ ਜਿਹੜੀ ਅਖੌਤੀ ਸਾਡੇ ਸਤਿਕਾਰ ਕਮੇਟੀਆਂ ਨੇ ਉਹ ਆਈਆਂ ਸੀ। ਸਾਨੂੰ ਇੱਕ ਮੰਗ ਪੱਤਰ ਵੀ, ਪਹਿਲਾਂ ਉਹਨਾਂ ਦਾ ਇਹ ਮਸਲਾ ਸੀ ਮੰਗ ਪੱਤਰ ਦੇਣਾ, ਲੇਕਿਨ ਮੰਗ ਪੱਤਰ ਦਿੰਦੇ ਉਹ ਸਾਰੇ 50-60 ਬੰਦੇ ਇੱਥੇ ਆ ਕੇ ਜੋ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਤੇ ਜਸ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਬੈਠ ਗਏ। ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨਾਲ ਮਿਲ ਬੈਠ ਕੇ ਵੀ ਕੋਈ ਗੱਲ ਮਸਲਾ ਹੱਲ ਹੋ ਜੇ। ਅਸੀਂ ਨਹੀਂ ਚਾਹੁੰਦੇ ਸੀ ਕੋਈ ਇੱਥੇ ਟਕਰਾਅ ਹੋਵੇ, ਕੋਈ ਇੱਥੇ ਲੜਾਈ ਹੋਵੇ, ਇਸ ਤਰ੍ਹਾਂ ਦਾ ਕੋਈ ਮਾਹੌਲ ਬਣੇ ਜਿਹੜਾ ਸੰਗਤ ਦੇ ਕੋਈ ਮਾੜਾ ਅਸਰ ਪਵੇ। ਅਸੀਂ ਬਾਰ-ਬਾਰ ਉਹਨਾਂ ਨੂੰ ਬੇਨਤੀਆਂ ਇਹ ਕਰਦੇ ਰਹੇ। ਸਾਡੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਹੁੰਦੀਆਂ ਰਹੀਆਂ, ਸਾਡੇ ਸੀਨੀਅਰ ਮੀਤ ਪ੍ਰਧਾਨ ਸੇ ਮਹਿਤਾ ਸਾਹਿਬ ਤੇ ਹੋਰ ਮੈਂਬਰਾਂ ਨਾਲ ਵੀ ਕਈ ਵਾਰ ਮੀਟਿੰਗਾਂ ਹੋਈਆਂ, ਲੇਕਿਨ ਉਹ ਇੱਥੋਂ ਅੰਦਰ ਬੈਠ ਕੇ ਤਾਂ ਸਾਰਾ ਕੁਝ ਮੰਨ ਜਾਂਦੇ ਸੀ, ਬਾਹਰ ਜਾ ਕੇ ਫੇਰ ਮੁੱਕਰ ਜਾਂਦੇ ਸੀ ਵੀ ਇਹ ਨਹੀਂ ਹੋਣਾ। ਅਸੀਂ ਉਹਨਾਂ ਨੂੰ ਇਹੀ ਚਾਹੁੰਦੇ ਸੀ ਕਿ ਇੱਕ ਧਰਮ ਐਸਾ ਸਥਾਨ ਹੈ, ਰੂਹਾਨੀਅਤ ਦਾ ਕੇਂਦਰ ਹੈ, ਜਿੱਥੇ ਨਾਨਕ ਨਾਮ ਲੇਵਾ ਬੜੀ ਆਸਥਾ ਦੇ ਨਾਲ, ਬੜੀ ਸ਼ਰਧਾ ਦੇ ਨਾਲ ਲੋਕ ਆਉਂਦੇ ਨੇ, ਸ਼ਾਂਤੀ ਪ੍ਰਾਪਤ ਕਰਨ ਵਾਸਤੇ ਆਉਂਦੇ ਨੇ, ਗੁਰਬਾਣੀ ਸੁਣਨ ਵਾਸਤੇ ਇੱਥੇ ਆਉਂਦੇ ਨੇ, ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਸੋ ਇੱਥੇ ਧਰਨਾ ਨਹੀਂ ਦੇਣਾ ਚਾਹੀਦਾ। ਸਾਨੂੰ ਲੋਕਾਂ ਦੀਆਂ ਸ਼ਿਕਾਇਤਾਂ ਵੀ ਆਉਂਦੀਆਂ ਸੀ ਕਿ ਇੱਕ ਬੜੀ ਮੰਦੀ ਭਾਸ਼ਾ ਬੋਲ ਰਹੇ ਨੇ। ਇੱਕ ਪਾਸੇ ਅਸੀਂ ਦਰਸ਼ਨ ਕਰਨ ਵਾਸਤੇ ਆਉਣਾ, ਦੂਸਰੇ ਪਾਸੇ ਇਹਨਾਂ ਦੀਆਂ ਗੱਲਾਂ ਜਿਹੜੇ ਸੁਣਦੇ ਆ ਮਨ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ ਜਦੋਂ ਅਸੀਂ ਮਾੜੀ ਭਾਸ਼ਾ ਦੀ ਇੱਥੇ ਲੈਕਚਰ ਦੇ ਰਹੇ ਨੇ। ਸੋ ਅਸੀਂ ਇਹਨੂੰ ਬੇਨਤੀ ਕੀਤੀ ਵੀ ਐਸਾ ਨਾ ਕਰੋ, ਤੁਸੀਂ ਇਹਨੂੰ ਸਾਰਾ ਕੁਝ ਦਿੱਤਾ, ਅਸੀਂ ਰਿਹਾਇਸ਼ ਵੀ ਦਿੱਤੀ ਇਹਨਾਂ ਨੂੰ ਬੈਠਣ ਵਾਸਤੇ, ਸਾਹਮਣੇ ਕਹਿੰਦਾ ਇੱਥੇ ਬੈਠ ਜਾਓ। ਸਾਡਾ ਇਹ ਸੀ ਵੀ ਟਕਰਾਅ ਨਾ ਹੋਵੇ, ਮਿਲ ਬੈਠ ਕੇ ਮਸਲਾ ਹੱਲ। ਦਰਿਆ ਬੋਹਰ 'ਚ ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਇੱਕ ਨਕਲੀ ਸਬ ਇੰਸਪੈਕਟਰ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ। ਫਰਜ਼ੀ ਅਫਸਰ ਲੋਕਾਂ ਦੇ ਨਾਲ ਪੁਲਿਸ ਦੀ ਵਰਦੀ ਪਾ ਕੇ ਠੱਗੀਆਂ ਮਾਰਨ ਦਾ ਕੰਮ ਕਰਦਾ ਸੀ, ਜਿਸ ਨੂੰ ਇੱਕ ਮੁਖਬਰ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਫਾਜ਼ਿਲਕਾ ਰੋਡ ਤੇ ਨਾਕਾ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਸ ਬਾਰੇ ਗੱਲ ਕਰਦਿਆਂ ਸਪੈਸ਼ਲ ਸੈੱਲ ਦੇ ASI ਨੇ ਦੱਸਿਆ ਹੈ ਕਿ ਇਹ ਲੋਕਾਂ ਦੇ ਨਾਲ ਪੁਲਿਸ 'ਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਠੱਗੀ ਮਾਰ ਰਿਹਾ ਸੀ। ਦੋਸ਼ੀ ਦੀ ਪਛਾਣ ਗੁਰਮੀਤ ਸਿੰਘ ਵਾਸੀ ਪਿੰਡ ਨੂਰੇ ਕੇ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਹੋਈ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। तो जान तो पहले एक बार फिर नजर पाने हुण तक दियां हेडलाइंस के वाल। चंडीगढ़ च 11 बजे होगी अज भाजपा कोर कमेटी की मीटिंग। स्कॉलरशिप घोटाले की खेती कानूनों को लैके होगी चर्चा, होर अहम मुद्दों ते भी होणगियां विचारां। बलवंत सिंह मुल्तानी अगवा ते कतल मामले च सुमेध सैनी नूं मुड़ पेश होण दे हुकम। SIT ਵੱਲੋਂ सुमेध सैनी नूं भेजे गए सी नोटिस। मटौर थाणे विच होवेगी सैनी दी पेशी। मरहूम बलविंदर सिंह संधू नूं अज भेंट कीते जाणगे शरधा दे फुੱਲ। विखीविंड च होगा श्रद्धांजलि समागम। बीते दिनी 2 व्यक्तियों ने कामरेड संधू का गोलियां मार के किया सी कतल।
ਤੇ ਵਿਦੇਸ਼ੀ ਧਰਤੀ ਤੇ ਪੰਜਾਬੀਆਂ ਨੇ ਰਚਿਆ ਇਤਿਹਾਸ। ਪੰਜਾਬੀ ਮੂਲ ਦੇ 8 ਲੋਕਾਂ ਨੇ ਹਾਸਲ ਕੀਤੀ ਵੱਡੀ ਜਿੱਤ। ਬ੍ਰਿਟਿਸ਼ ਕੋਲੰਬੀਆ 'ਚ ਪਗੜੀਧਾਰੀ ਨੌਜਵਾਨ ਨੇ ਵੀ ਮਾਰੀ ਬਾਜ਼ੀ। ਤੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਤੁਹਾਡਾ ਕੋਈ ਵੀ ਸੁਝਾਅ ਜਾਂ ਖਬਰਾਂ ਸੰਬੰਧੀ ਜਾਣਕਾਰੀ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਨੋਟ ਕਰ ਲਓ, news@fastway.in। ਇਸ ਦੇ ਨਾਲ ਹੀ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ ਹੁਣ ਮੈਂ ਦੇ ਇਜਾਜ਼ਤ। ਧੰਨਵਾਦ।